ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਬਾਣੀ ਸਦਨੇ ਕੀ ਰਾਗ ਬਿਲਾਵਲ। ਨਿਰਪ ਕੰਨਿਆ ਕੇ ਕਾਰਨੈ, ਇਕ ਭਇਆ ਭੇਖ ਧਾਰੀ। ਕਾਮਾਰਥੀ ਸਵਾਰਥੀ, ਬਾਕੀ ਪੈਜ ਸਵਾਰੀ। ਤਬ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ। ਸਿੰਘ ਸ਼ਰਨ ਕਤ ਜਾਈਐ, ਜੋ ਜੰਬੁਕ ਗਰਾਸੈ। ਤਬ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ। ਸਿੰਘ ਸ਼ਰਨ ਕਤ ਜਾਈਐ, ਜੋ ਜੰਬਕ ਗਰਾਸੈ। ਰਹਾਉ ਏਕ ਬੂੰਦ ਜਲ ਕਾਰਨੇ, ਚਾਤ੍ਰਿਕ ਦੁਖ ਪਾਵੈ। ਪ੍ਰਾਨ ਗਏ ਸਾਗਰ ਮਿਲੈ, ਹੁਣ ਕਾਮ ਨ ਆਵੈ। ਪ੍ਰਾਨ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੋ। ਬੂਢ ਮੋਏ ਨੌਕਾ ਮਿਲੈ, ਕੋ ਕਾਹੇ ਚੜਾਵੋ। ਮੈਂ ਨਾਹੀ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਮੈਂ ਨਾਹੀ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਪਰਮ ਸਤਿਕਾਰਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸ਼ਰਵਣ ਕੀਤਾ ਹੈ, ਇਹ ਪਾਵਨ ਸ਼ਬਦ ਭਗਤ ਸਧਨਾ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 858 ਉੱਤੇ ਸੁਭਾਈਮਾਨ ਹੈ ਤੇ ਰਾਗ ਬਿਲਾਵਲ ਦੇ ਵਿੱਚ ਇਹ ਪਾਵਨ ਸ਼ਬਦ ਦਰਜ ਹੈ। ਅੱਜ ਅਸੀਂ ਭਗਤ ਸਧਨਾ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਭਗਤ ਸਧਨਾ ਜੀ ਦਾ
ਸਿਰਫ ਤੇ ਸਿਰਫ ਇੱਕੋ ਇੱਕ ਸ਼ਬਦ ਹੈ ਜੋ ਕਿ ਰਾਗ ਬਿਲਾਵਲ ਦੇ ਵਿੱਚ ਦਰਜ ਹੈ। ਭਗਤ ਸਦਨਾ ਜੀ ਦਾ ਹੋਰ ਕੋਈ ਵੀ ਸ਼ਬਦ ਜਿਹੜਾ ਸਾਨੂੰ ਨਹੀਂ ਮਿਲਦਾ ਹੈ। ਜਿਹੜਾ ਇੱਕ ਸ਼ਬਦ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਕੱਤਰ ਕੀਤਾ ਹੈ। ਤੇ ਗੁਰੂ ਪਿਆਰ ਵਾਲਿਓ, ਭਗਤ ਸਦਨਾ ਜੀ ਜਿਹੜੇ 15 ਭਗਤਾਂ ਦੇ ਵਿੱਚੋਂ ਇੱਕ ਭਗਤ ਹੋਏ ਨੇ। ਤੇ ਇਸੇ ਤਰ੍ਹਾਂ ਹੀ ਹੁਣ ਭਗਤ ਸਦਨਾ ਜੀ ਜਿਨ੍ਹਾਂ ਦਾ ਨਾਮ ਅਸੀਂ ਪਹਿਲੀ ਵਾਰ ਸੁਣਿਆ ਹੋਵੇਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤਾਂ ਦੀ ਬਾਣੀ ਦਰਜ ਹੈ। ਅਸੀਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਫਰੀਦ ਜੀ ਜਾਂ ਭਗਤ ਨਾਮਦੇਵ ਜੀ, ਇਹਨਾਂ ਸਾਰਿਆਂ ਦੇ ਨਾਮ ਅਸੀਂ ਆਪਣੇ ਕੰਨਾਂ ਦੇ ਨਾਲ ਸੁਣਦੇ ਹਾਂ ਤੇ ਸੁਣਦੇ ਆ ਰਹੇ ਹਾਂ। ਕਿਉਂਕਿ ਭਗਤ ਕਬੀਰ ਜੀ ਦੇ ਸ਼ਲੋਕ, ਭਗਤ ਫਰੀਦ ਜੀ ਦੇ ਸ਼ਲੋਕ ਅਸੀਂ ਆਮ ਜਿਹੜਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੇਲੇ ਜਾਂ ਸਹਿਜ ਪਾਠ ਵੇਲੇ ਪੜ੍ਹਦੇ ਹਾਂ। ਉਸ ਤੋਂ ਬਾਅਦ ਭਗਤ ਰਵਿਦਾਸ ਜੀ ਦੇ ਬਾਰੇ ਵੀ ਸਾਨੂੰ ਪਤਾ ਹੈ, ਉਹਨਾਂ ਦਾ ਨਾਮ ਵੀ ਅਕਸਰ ਅਸੀਂ ਸੁਣਦੇ ਹਾਂ। ਪਰ ਗੁਰੂ ਪਿਆਰ ਵਾਲਿਓ, ਕੁਝ ਕੁ ਭਗਤ ਇਹੋ ਜਿਹੇ ਹਨ ਜਿਨ੍ਹਾਂ ਦੇ ਨਾਮ ਅਸੀਂ ਆਪਣੇ ਕੰਨਾਂ ਦੇ ਨਾਲ ਕਦੀ ਸੁਣੇ ਨਹੀਂ। ਤੇ ਇਹ ਪਹਿਲੀ ਵਾਰ ਹੋਵੇਗਾ ਕਿ ਅਸੀਂ ਪਹਿਲੀ ਵਾਰੀ ਇਹਨਾਂ ਭਗਤਾਂ ਦੇ ਨਾਮ ਸੁਣ ਰਹੇ ਹਾਂ। ਤੇ ਗੁਰੂ ਪਿਆਰ ਵਾਲਿਓ, ਹੈਰਾਨੀ ਵੀ ਹੋਵੇਗੀ ਮਨਾਂ ਵਿੱਚ ਕਿ ਇਸ ਨਾਮ ਦੇ ਭਗਤ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ ਉਹ ਵੀ ਹਨ। ਹੁਣ ਭਗਤ ਧੰਨਾ ਜੀ ਦਾ ਜਿਹੜਾ ਪ੍ਰਕਾਸ਼ ਹੈ, ਕਹਿੰਦੇ 1180 ਦੇ ਵਿੱਚ ਕਹਿੰਦੇ ਹੈਦਰਾਬਾਦ ਵਿਖੇ ਤੇ ਜਿਹੜਾ ਸੋਹਨਵਾਨ ਸ਼ਰੀਫ ਵਿੱਚ ਇੱਕ ਮੁਸਲਮਾਨ ਪਰਿਵਾਰ ਦੇ ਵਿੱਚ ਹੋਇਆ। ਹੁਣ ਭਗਤ ਸਦਨਾ ਵੀ ਜਿਹੜੇ ਇੱਕ ਮੁਸਲਮਾਨ ਪਰਿਵਾਰ ਵਿੱਚ ਪੈਦਾ ਹੋਏ ਨੇ। ਤੇ ਗੁਰੂ ਪਿਆਰ ਵਾਲਿਓ, ਕਿੱਤੇ ਵਜੋਂ ਉਹਨਾਂ ਦਾ ਪਰਿਵਾਰ ਜਿਹੜਾ ਨਾ ਕਿੱਤੇ ਵਜੋਂ ਕਸਾਈ ਸੀ, ਉਹ ਕਸਾਈ ਦਾ ਕੰਮ ਕਰਦੇ ਸਨ। ਤੇ ਇਸੇ ਤਰ੍ਹਾਂ ਹੀ ਜ਼ਿਆਦਾ ਹੋਰ ਜਿਹੜੀ ਉਹਨਾਂ ਦੇ ਪਰਿਵਾਰ ਬਾਰੇ ਜਾਣਕਾਰੀ ਜਿਹੜੀ ਪ੍ਰਾਪਤ ਨਹੀਂ ਹੁੰਦੀ। ਤੇ ਉਹਨਾਂ ਦਾ ਇੱਕੋ ਇੱਕ, ਸ਼ਾਇਦ ਉਹਨਾਂ ਨੇ ਹੋਰ ਵੀ ਸ਼ਬਦ ਉਚਾਰਨ ਕੀਤੇ ਹੋਣ ਜਾਂ ਹੋਰ ਵੀ ਕੋਈ ਰਚਨਾਵਾਂ ਲਿਖੀਆਂ ਹੋਣ, ਕੀ ਪਤਾ ਸ਼ਾਇਦ ਉਹਨਾਂ ਦੇ ਜਿਹੜੇ ਅਗਾਂਹ ਪੈਰੋਕਾਰ ਹੋਣ, ਉਹਨਾਂ ਨੇ ਉਹਨਾਂ ਦੀ ਇਸ ਵਿਚਾਰ ਨੂੰ ਸਾਂਭਿਆ ਨਾ ਹੋਵੇ, ਜਾਂ ਫਿਰ ਉਹਨਾਂ ਕੋਲ ਇਹੋ ਜਿਹੇ ਸਾਧਨ ਨਾ ਹੋਣ ਜਿਨ੍ਹਾਂ ਕਰਕੇ ਇਹਨਾਂ ਵਿਚਾਰਾਂ ਨੂੰ, ਇਹਨਾਂ ਸ਼ਬਦਾਂ ਨੂੰ, ਰਚਨਾਵਾਂ ਨੂੰ ਸਾਂਭਿਆ ਜਾ ਸਕੇ। ਹਾਲਾਤ ਇਹੋ ਜਿਹੇ ਹੋਣਗੇ। ਪਰ ਜਿਹੜਾ ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜੋ ਇਕੱਤਰ ਕੀਤਾ ਹੈ, ਜੋ ਉਹਨਾਂ ਦੇ ਪੈਰੋਕਾਰ ਤੋਂ ਮਿਲਿਆ ਹੈ, ਉਹਨਾਂ ਦੇ ਚੇਲਿਆਂ ਤੋਂ ਮਿਲਿਆ ਹੈ, ਉਹ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਤੇ ਗੁਰੂ ਪਿਆਰ ਵਾਲਿਓ, ਵੇਖੋ ਭਗਤ ਸਦਨਾ ਜੀ, ਅਸੀਂ ਇਹ ਤੋਂ ਪਹਿਲਾਂ ਕਿੰਨੇ ਭਗਤਾਂ ਦੀ ਬਾਣੀ ਦੀ ਵਿਚਾਰ ਕਰ ਆਏ ਹਾਂ, ਜਿਹਦੇ ਵਿੱਚ ਕਈ ਭਗਤਾਂ ਦੇ 4 ਸ਼ਬਦ ਨੇ, ਕਈਆਂ ਦੇ 3 ਸ਼ਬਦ ਨੇ। ਤੇ ਗੁਰੂ ਪਿਆਰ ਵਾਲਿਓ, ਕਈਆਂ ਦੇ 2 ਸ਼ਬਦ ਨੇ, ਕਈਆਂ ਦਾ 1 ਸ਼ਬਦ ਹੈ। ਹੁਣ ਸਤਿਗੁਰੂ ਜੀ ਨੇ ਉੱਥੇ ਇਹ ਨਹੀਂ ਵੇਖਿਆ ਕਿ ਭਾਈ ਇਹਨੇ ਤਾਂ 1 ਸ਼ਬਦ ਉਚਾਰਨ ਕੀਤਾ ਆ ਤੇ ਇਹਦਾ ਸ਼ਬਦ ਅਸੀਂ ਦਰਜ ਨਹੀਂ ਕਰਨਾ ਹੈ। ਇਹਨੇ ਭਾਈ ਜ਼ਿਆਦਾ ਸ਼ਬਦ ਉਚਾਰਨ ਕੀਤੇ ਆ। ਜੇ ਭਗਤ ਨਾਮਦੇਵ ਜੀ ਦੀ ਗੱਲ ਕਰ ਲਈਏ, ਭਗਤ ਕਬੀਰ ਜੀ, ਉਹਨਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਆਦਾ ਹੈ। ਭਗਤ ਸਹਿਬਾਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਜੀ ਦੀ ਆ, ਫਿਰ ਭਗਤ ਫਰੀਦ ਜੀ ਆ, ਫਿਰ ਭਗਤ ਨਾਮਦੇਵ ਜੀ ਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਿਰਫ ਉਹਨਾਂ ਦੀ ਵਿਚਾਰਧਾਰਾ ਵੇਖੀ ਕਿ ਜਿਹੜੀ ਉਹਨਾਂ ਦੀ ਵਿਚਾਰਧਾਰਾ ਆ ਗੁਰੂ ਨਾਨਕ ਜੀ ਦੀ ਮੱਤ ਦੇ ਨਾਲ ਮੇਲ ਖਾਂਦੀ ਸੀ। ਉਹਨਾਂ ਦੇ ਸ਼ਬਦਾਂ ਦੇ ਵਿੱਚ ਇੱਕ ਅਕਾਲ ਪੁਰਖ ਦੀ ਵਡਿਆਈ ਕੀਤੀ ਸੀ, ਪ੍ਰਭੂ ਦੀ ਸਿਫਤ ਸਲਾਹ ਕੀਤੀ ਸੀ, ਜਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਸੱਚ ਦੀ ਵਿਚਾਰ ਨੂੰ ਇੱਕ ਪੋਥੀ ਦੇ ਵਿੱਚ ਦਰਜ ਕੀਤਾ ਹੈ। ਤੇ ਭਗਤ ਸਦਨਾ ਜੀ ਅੱਜ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ? ਭਗਤ ਸਦਨਾ ਜੀ ਅੱਜ ਇਸ ਪਾਵਨ ਸ਼ਬਦ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ, ਬੇਨਤੀ ਕਰਦੇ ਨੇ। ਤੇ ਮਾਲਕ ਜੀ ਬਚਨ ਕਰਦੇ ਨੇ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਮਾਲਕ ਜੀ ਕਹਿੰਦੇ ਨੇ, ਹੇ ਜਗਤ ਦੇ ਗੁਰੂ ਪ੍ਰਭੂ, ਕਹਿੰਦੇ ਜੇ ਮੇਰੇ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਜਿਹੜਾ ਨਾਸ਼ ਨਾ ਹੋਇਆ, ਕਿ ਜਿਹੜੇ ਮੈਂ ਜੀਵਨ ਦੇ ਅੰਦਰ ਪਿਛਲੇ ਕਰਮ ਕੀਤੇ ਹੋਇਆ
भाव कि जो मेरे जीवन के अंदर माड़े संस्कार सी, उन्हां माड़े संस्कारां दे करके जिहड़ा मैं मंदे कर्म करदा रहा हाँ ते हुण भी कर रहा हाँ। ते मालिक जी कहंदे ने तब गुण कहाँ, कहंदे फिर तेरी शरण विच आउण दा मेरे जीवन च फायदा की होवेगा। मेरी हे अकाल पुरख वाहिगुरू, फिर तुहाडी शरण विच आउण दा मेरे जीवन का की फायदा जेकर मेरे मंदे कीते हुए संस्कार जिहड़े कर्म है वो नाश ही ना होए। भाव कि जे मेरा जीवन बदलिया नहीं। गुरु प्यार वालिओ, सतगुरु की बाणी मनुख के जीवन नूं बदलण की ताकत रखती है, मनुख के जीवन नूं सुधारन की ताकत रखती है, मनुख की सोच नूं बदलण की ताकत रखती है। हुण साडे सामने वेखो इतिहास दे विचों किन्नियां साडे सामने उदाहरणां ने, सज्जन ठग वर्गे, भूमिया चोर वर्गे, होर जिहड़े किन्ने जिहड़े होए ने, जिहड़े भी गुरु की शरण विच आए ने, उन्हां दा जीवन बदलिया। उन्होंने अपने जीवन के विचों मंदे काम करने बंद कर दिते ते चंगे काम करने शुरू कर दिते। ते इसे तरह भगत सदना जी ये विचार दिंदे आ, मालिक जी कहंदे ने हुण जेकर जीवन दे विच मैं मंदे काम करदा रहा, जे माड़े काम करने छड्डे नहीं, फिर मैं तेरी शरण विच आके मेरे जीवन दे विचों फिर तेरी शरण विच आउण दा की फायदा। गुरु प्यार वालिओ, जीवन के अंदर जे असीं गुरु की शरण विच आए हाँ ते सानू फिर वो गुरु की शरण विच आण करके सानू सोझी मिलेगी, क्योंकि सतगुरु जी कहंदे सतगुर आयो शरण तुहारी, मिलै सुख नाम हर शोभा चिंता लाए हमारी। कि मैं गुरु की शरण विच आवां ते गुरु की शरण विच आके मैनू की मिलेगा, सुख मिलेगा, जीवन चिंता रहत होवेगा। इसे तरह ही भगत सदना जी कहंदे ने, कहंदे मैं अपने जीवन के अंदर जिहड़े कर्म करदा हाँ, हुण गुरु प्यार वाले जिहड़ा मनुख कर्म करदा ना वो संस्कारां दे मुताबक करदा, क्योंकि जिहो जे दे मन दे विच संस्कार आ, जिहो जे इहदे मन विच संस्कार लिखे गए उगड़ आए ते मालिक जी कहंदे उसे मुताबक इह संसार दे विच रह के कर्म करेगा। हुण पिछले कीते हुए कर्म का अर्थ की है? कोई ये नहीं कि पिछले जन्म विच कोई माड़े काम कीते सी तां ही इत्थे आके मेरा जीवन माड़ा आ। पिछला जन्म इहो जिहा कुछ नहीं। पिछले का अर्थ की है कि जिहड़ा बीत चुका समा, जे बीत चुके समय विच मैं चंगे संस्कार प्राप्त करदा ते आउण वाले समय विच मैं चंगे काम भी करदा, मेरे कर्म भी चंगे हुंदे। ते इसे तरह मालिक जी कहंदे ने, सिंह शरण कत जाइए जो जंबुक गरासे। जंबुक का अर्थ होंदा है गिद्दड़। गिद्दड़ जिहड़ा एक जानवर आ, जिहड़ा बड़ा डरपोक जानवर मन्निया गया, बहुत डरदा आ गिद्दड़। अक्सर असीं किसी बंदे नूं भी ये कह दिंदे भाई तू तां गिद्दड़ आ। जिहड़ा बंदा डरदा होवे, जिहड़ा डरपोक होवे, उहनूं असीं कहने भाई तू गिद्दड़ आ। सिंह का अर्थ की आ भाव के शेर। हुण शेर जिहड़ा एक ताकतवर जानवर है ते सतगुरु जी ने सानू भी सारियां नामां दे नाल सिंह लाया होया। भाव सिख दा जीवन जिहड़ा ना एक शेर की तरह ताकतवर है। वो जुल्म के खिलाफ लड़दा है, वो बुराइयां नाल लड़दा है, वो जीवन दे विच कदे भी हार नहीं मानदा। ते मालिक जी कहंदे सिंह शरण कत जाइए, नाल उदाहरण दिंदे आ, कहंदे जेकर शेर की शरण विच पैण दा की फायदा। कहंदे शेर की शरण विच जाण दा भी की फायदा जो जंबक गरासे। कहंदे जेकर फिर भी गिद्दड़ खा जावे। हुण बंदा जिहड़ा ना मान लो कोई शेर की शरण विच चला जाता है, हुण शेर की शरण विच आ गया पर फिर भी उत्थे जाके गिद्दड़ खा लवे, फिर उस शेर का भी की फायदा आ। भाव इत्थे शेर कौन आ? सतगुरु। कहंदे गुरु रूपी शेर। गुरु की आ शेर। हुण असी जेकर शेर की शरण विच आ जाइए, शेर की शरण विच आके फिर भी साडा जीवन बेकारी बन जावे, साडा जीवन माड़े काम करी जावे, फिर साडा शेर की शरण विच भाव गुरु की शरण विच आउण दा कोई फायदा नहीं। पर गुरु जिहड़ा साडे जीवन नूं बचाउंदा है विकारां तो, गुरु जिहड़ा शेर है। जिवें भाई गुरदास जी ने भी गुरु नानक साहब पातशाह जी नूं शेर आख्या सी, सिंह बुके मरगावली भन्नी जाए ना धीर धरोआ। कि जदों शेर ना दहाड़ मारदा ना ते होर जिहड़ियां जानवरां दियां हरनां दियां जिहड़ियां डारां हुंदियां ना वो डर के भज जांदियां ने।
ਸ਼ੇਰ ਦੀ ਦਹਾੜ ਦੇ ਨਾਲ। ਤੇ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਵਿੱਚ ਆਏ ਨਾ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸ਼ੇਰ ਦੀ ਤਰ੍ਹਾਂ ਦਹਾੜ ਮਾਰੀ, ਭਾਵ ਗੁਰੂ ਨਾਨਕ ਸਾਹਿਬ ਜੀ ਨੇ ਸ਼ੇਰ ਦੀ ਤਰ੍ਹਾਂ ਸੱਚ ਦਾ ਪ੍ਰਚਾਰ ਕੀਤਾ। ਜਿਹੜੇ ਬਰਮ ਵਹਿਮ ਭਰਮ ਕਰਮ ਕਾਂਡ ਕਰਨ ਵਾਲੇ ਲੋਕ, ਜਿਹੜੇ ਪਖੰਡ ਕਰਨ ਵਾਲੇ ਸਨ, ਉਹ ਸਾਰੇ ਭੱਜ ਗਏ, ਡਰ ਗਏ, ਭਾਵ ਉਹਨਾਂ ਦੇ ਜੀਵਨ ਵਿੱਚੋਂ ਇਹ ਵਹਿਮ ਭਰਮ ਕਰਮ ਕਾਂਡ ਖਤਮ ਹੋ ਗਏ। ਇਸੇ ਤਰ੍ਹਾਂ ਮਾਲਿਕ ਜੀ ਕਹਿੰਦੇ ਨੇ, ਸਿੰਘ ਸ਼ਰਨ ਕਤ ਜਾਈਏ, ਕਹਿੰਦੇ ਸ਼ੇਰ ਦੀ ਸ਼ਰਨ ਪੈਣ ਦਾ ਕੀ ਲਾਭ, ਜੋ ਜੰਬੁਕ ਗਰਾਸੇ, ਕਹਿੰਦੇ ਜੇ ਫਿਰ ਵੀ ਗਿੱਦੜ ਆ ਕੇ ਖਾ ਜਾਵੇ। ਹੁਣ ਗੁਰੂ ਪਿਆਰ ਵਾਲੇ, ਤੁਸੀਂ ਇਹ ਸਮਝੋ ਕਿ ਅਸੀਂ ਸ਼ੇਰ ਦੀ ਸ਼ਰਨ ਵਿੱਚ ਪਏ ਹਾਂ, ਸਾਨੂੰ ਡਰਨ ਦੀ ਲੋੜ ਨਹੀਂ ਹੈ। ਗੁਰੂ ਕੀ ਹੈ? ਸ਼ੇਰ। ਇਸ ਕਰਕੇ ਸਾਨੂੰ ਕਿਸੇ ਵੀ ਵਹਿਮਾਂ ਭਰਮ, ਇਹ ਸਾਰੇ ਵਹਿਮ ਭਰਮ, ਇਹ ਬੁਰਾਈਆਂ, ਇਹ ਕੀ ਹੈ? ਗਿੱਦੜ ਆ। ਇਸ ਕਰਕੇ ਸਾਨੂੰ ਇਹਨਾਂ ਵਿਕਾਰਾਂ ਤੋਂ, ਇਹਨਾਂ ਬੁਰਾਈਆਂ ਤੋਂ ਡਰਨ ਦੀ ਲੋੜ ਨਹੀਂ, ਇਹਨਾਂ ਦੁੱਖਾਂ ਤੋਂ ਡਰਨ ਦੀ ਲੋੜ ਨਹੀਂ, ਇਹਨਾਂ ਕਰਮ ਕਾਂਡਾਂ ਤੋਂ, ਇਹਨਾਂ ਪਖੰਡਾਂ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਅਸੀਂ ਗੁਰੂ ਰੂਪੀ ਸ਼ੇਰ ਦੀ ਸ਼ਰਨ ਵਿੱਚ ਆ ਗਏ ਹਾਂ। ਹੁਣ ਜੇਕਰ ਅਸੀਂ ਸ਼ੇਰ ਦੀ ਸ਼ਰਨ ਵਿੱਚ ਆ ਕੇ ਵੀ ਡਰੀ ਜਾਈਏ, ਫਿਰ ਸਾਡਾ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਹੈ। ਜੇ ਸ਼ੇਰ ਦੀ ਸ਼ਰਨ ਲਈ ਹੈ ਤੇ ਮਾਲਿਕ ਜੀ ਕਹਿੰਦੇ ਨੇ, ਫਿਰ ਤੈਨੂੰ ਘਬਰਾਉਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ, ਕਿਉਂਕਿ ਸ਼ੇਰ ਜਿਹੜਾ ਤਾਕਤਵਰ ਹੈ, ਗੁਰੂ ਵੀ ਜਿਹੜਾ ਤਾਕਤਵਰ ਹੈ, ਜਿਹੜਾ ਸਾਡੇ ਜੀਵਨ ਨੂੰ ਵਿਕਾਰਾਂ ਤੋਂ, ਬੁਰਾਈਆਂ ਤੋਂ ਬਚਾਉਂਦਾ ਆ, ਵਹਿਮਾਂ ਭਰਮਾਂ ਪਖੰਡਾਂ ਤੋਂ ਬਚਾਉਂਦਾ ਆ। ਤੇ ਅੱਜ ਸਾਡੀ ਹਾਲਤ ਇਹੋ ਜਿਹੀ ਬਣੀ ਹੋਈ ਆ ਕਿ ਅਸੀਂ ਸ਼ੇਰ ਦੀ ਸ਼ਰਨ ਵਿੱਚ ਵੀ ਆਏ ਆ, ਤੇ ਨਾਲੇ ਵਹਿਮਾਂ ਭਰਮਾਂ ਕਰਮ ਕਾਂਡਾਂ ਪਖੰਡਾਂ ਤੋਂ ਵੀ ਡਰੀ ਜਾਂਦੇ ਆ। ਭਾਵ ਕਿ ਇਹ ਜਿਹੜੇ ਵਹਿਮ ਭਰਮ, ਗਿੱਦੜ ਰੂਪੀ ਜਿਹੜੇ ਵਹਿਮ ਭਰਮ ਹੈ, ਇਹ ਬੇਕਾਰ ਨੇ, ਇਹ ਦੁੱਖ ਨੇ, ਇਹਨਾਂ ਤੋਂ ਅਸੀਂ ਡਰੀ ਜਾ ਰਹੇ ਹਾਂ, ਘਬਰਾਈ ਜਾ ਰਹੇ ਹਾਂ। ਤੇ ਮਾਲਿਕ ਜੀ ਕਹਿੰਦੇ ਤੈਨੂੰ ਡਰਨ ਦੀ ਲੋੜ ਨਹੀਂ, ਤੂੰ ਸ਼ੇਰ ਦੀ ਸ਼ਰਨ ਵਿੱਚ ਆਇਆ ਆ, ਘਬਰਾਉਣ ਦੀ ਲੋੜ ਨਹੀਂ, ਤੇਰਾ ਜੀਵਨ ਜਿਹੜਾ ਨਾ ਹੁਣ ਬਚ ਗਿਆ। ਇਹ ਸਮਝ ਤੇਰੇ ਜੀਵਨ ਦਾ ਬਚਾਅ ਹੋ ਗਿਆ। ਤੂੰ ਆਪਣੇ ਜੀਵਨ ਦੇ ਅੰਦਰ ਨਾ ਦੁੱਖਾਂ ਤੋਂ ਡਰ, ਨਾ ਇਹਨਾਂ ਦੁਨੀਆ ਦੇ ਪਦਾਰਥਾਂ, ਇਹਨਾਂ ਦੁਨੀਆ ਦੇ ਇਸ ਝੂਠ ਤੋਂ ਡਰ। ਤੇ ਮਾਲਿਕ ਜੀ ਕਹਿੰਦੇ ਨੇ, ਸਿੰਘ ਸ਼ਰਨ ਕਤ ਜਾਈਏ, ਜੋ ਜੰਬਕ ਗਰਾਸੇ। ਪਹਿਲੇ ਬੰਦ ਵਿੱਚ ਬਚਨ ਕਰਦੇ ਨੇ, ਨਿਰਪ ਕੰਨਿਆ ਕੇ ਕਾਰਨੇ, ਇੱਕ ਭਿਆ ਭੇਖ ਧਾਰੀ। ਨਿਰਪ ਦਾ ਅਰਥ ਹੁੰਦਾ ਹੈ ਰਾਜਾ। ਜਿਹੜਾ ਕਿ ਹਿੰਦੂ ਧਰਮ ਦੇ ਜਿਹੜੇ ਗ੍ਰੰਥ ਨੇ, ਉਹਨਾਂ ਦੇ ਵਿੱਚ ਇਹ ਜਿਹੜੀ ਕਹਾਣੀ, ਇਹ ਜਿਹੜੀ ਇੱਕ ਵਿਚਾਰ ਕਥਾ ਕਹਾਣੀ ਲਿਖੀ ਹੋਈ ਆ, ਉਹਨਾਂ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਜਿਹੜਾ ਇੱਕ ਨਿਰਪ, ਇੱਕ ਰਾਜਾ ਸੀ, ਇੱਕ ਰਾਜੇ ਦੀ ਨਾ ਲੜਕੀ ਸੀ, ਜਿਹੜੀ ਕਿ ਵਿਸ਼ਨੂੰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਹੁਣ ਕੀ ਹੋਇਆ, ਕਹਿੰਦੇ ਇੱਕ ਵਿਅਕਤੀ ਨੇ, ਇੱਕ ਆਦਮੀ ਨੇ, ਕਹਿੰਦੇ ਵਿਸ਼ਨੂੰ ਦਾ ਰੂਪ ਧਾਰਨ ਕਰ ਲਿਆ, ਤੇ ਜਿਸ ਕਰਕੇ ਉਹਨੂੰ ਧੋਖੇ ਵਿੱਚ ਰੱਖ ਕੇ ਉਸ ਲੜਕੀ ਨੂੰ ਹੁਣ ਇਹ ਭੁਲੇਖਾ ਪਿਆ ਕਿ ਭਾਈ ਇਹ ਵੀ ਵਿਸ਼ਨੂੰ ਆ, ਰੂਪ ਬਦਲ ਲਿਆ। ਪਰ ਗੁਰੂ ਪਿਆਰ ਵਾਲੇ, ਇਸ ਤਰ੍ਹਾਂ ਕੋਈ ਰੂਪ ਬਦਲਨੇ ਜਾਂ ਇੱਦਾਂ ਦੀ ਕੋਈ ਸ਼ਕਤੀਆਂ ਵਗੈਰਾ ਕੁਛ ਨਹੀਂ ਹੁੰਦਾ। ਇਹ ਜਿਹੜੀ ਉਹਨਾਂ ਦੇ ਮੁਤਾਬਕ, ਉਹਨਾਂ ਦੀ ਮੱਤ ਦੇ ਮੁਤਾਬਕ ਇਹ ਸਭ ਕੁਝ ਹੈ। ਉਹ ਕਹਾਣੀ ਲਿਖੀ ਗਈ, ਕਹਿੰਦੇ ਇੱਕ ਰਾਜਾ ਆ, ਉਹਦੀ ਕੰਨਿਆ ਆ, ਉਹਦੀ ਲੜਕੀ ਆ, ਉਹਨੂੰ ਕਹਿੰਦੇ ਵਿਸ਼ਨੂੰ ਨਾਲ ਉਹਨੇ ਵਿਆਹ ਕਰਵਾਉਣਾ ਸੀਗਾ, ਤੇ ਜਿਸ ਕਰਕੇ ਕਹਿੰਦੇ ਕਿਸੇ ਹੋਰ ਆਦਮੀ ਨੇ ਵਿਸ਼ਨੂੰ ਦਾ ਰੂਪ ਧਾਰ ਲਿਆ, ਤੇ ਉਹ ਲੜਕੀ ਨੇ ਵਿਸ਼ਨੂੰ ਸਮਝ ਕੇ ਉਹਦੇ ਨਾਲ ਵਿਆਹ ਕਰ ਲਿਆ। ਭਾਵ ਕਿ ਉਹਦੇ ਨਾਲ ਧੋਖਾ ਕੀਤਾ, ਛਲ ਕੀਤਾ, ਜਿਸ ਕਰਕੇ ਹੁਣ ਜਿਹੜਾ ਉਹ ਰਾਜਾ ਆ, ਹੁਣ ਰਾਜਾ ਜਿਹੜਾ ਉਸ ਨੂੰ ਕਹਿੰਦਾ ਆ, ਜਿਹਨੇ ਰੂਪ ਧਾਰਨ ਕੀਤਾ ਸੀ ਵਿਸ਼ਨੂੰ ਦਾ, ਕਿ ਭਾਈ ਤੂੰ ਤਾਂ ਵਿਸ਼ਨੂੰ ਆ, ਤੈਨੂੰ ਤਾਂ ਡਰਨ ਦੀ ਲੋੜ ਹੀ ਨਹੀਂ ਹੈ, ਤੂੰ ਤਾਂ ਮੇਰਾ ਜਵਾਈ ਆ। ਹੁਣ ਜਿਸ ਕਰਕੇ ਉਹ ਜਿਹੜਾ ਲੜਕਾ ਹੈ, ਜਿਹਨੇ ਵਿਸ਼ਨੂੰ ਦਾ ਰੂਪ ਧਾਰਨ ਕੀਤਾ ਸੀ, ਉਹਨੂੰ ਇਸ ਗੱਲ ਦਾ ਫਿਕਰ ਲੱਗ ਗਿਆ ਕਿ ਭਾਈ ਇੱਥੇ ਤਾਂ ਮੇਰਾ ਪਾਜ ਉਗੜ ਜਾਵੇਗਾ, ਮੇਰਾ ਤਾਂ ਸਾਰਿਆਂ ਸਾਹਮਣੇ ਅਸਲੀ ਰੂਪ ਆ ਜਾਵੇਗਾ। ਇਸ ਕਰਕੇ ਕਹਿੰਦੇ ਫਿਰ ਉਹਨੇ ਨਾ ਉਸ ਸਮੇਂ ਵਿਸ਼ਨੂੰ ਨੂੰ ਧਿਆਇਆ, ਵਿਸ਼ਨੂੰ ਅੱਗੇ ਅਰਦਾਸ ਕੀਤੀ, ਬੇਨਤੀ ਕਰਕੇ, ਜਿਸ ਕਰਕੇ ਕਹਿੰਦੇ ਉਹਦਾ ਜੀਵਨ ਬਚ ਗਿਆ। ਹੁਣ ਇੱਥੇ ਉਹਨਾਂ ਨੇ ਸਿਰਫ ਐਗਜ਼ਾਮਪਲ ਦਿੱਤੀ, ਭਗਤ ਸਧਨਾ ਜੀ ਨੇ, ਕਹਿੰਦੇ ਨਿਰਪ ਕੰਨਿਆ ਕੇ ਕਾਰਨੇ, ਕਹਿੰਦੇ हे ਪ੍ਰਭੂ, ਇੱਕ ਭੇਖ ਧਾਰੀ ਜਿਹਨੇ ਰੂਪ ਬਟਾਇਆ ਸੀ, ਇੱਕ ਭਿਆ ਭੇਖ ਧਾਰੀ, ਕਹਿੰਦੇ ਜਿਸ ਨੇ ਇੱਕ ਰਾਜੇ ਦੀ ਲੜਕੀ ਦੀ ਖਾਤਰ ਕਹਿੰਦੇ ਆਪਣਾ ਭੇਖ ਬਟਾ ਲਿਆ ਸੀ, ਰੂਪ ਬਟਾ ਲਿਆ ਸੀਗਾ। ਕਹਿੰਦੇ ਤੁਸੀਂ ਕਹਿੰਦੇ ਉਹਦੀ ਵੀ ਰੱਖਿਆ ਕੀਤੀ ਆ, ਉਹਨੂੰ ਵੀ ਬਚਾ ਲਿਆ, ਉਹਨੇ ਉਹਦੀ ਵੀ ਅਰਦਾਸ ਬੇਨਤੀ ਸੁਣਨ ਲਈ ਆ।
ਤੇ ਮਾਲਕ ਜੀ ਕਹਿੰਦੇ ਨੇ ਕਾਮਾ ਰਥੀ ਸਵਾਰਤੀ ਬਾਕੀ ਪੈਜ ਸਵਾਰੀ। ਮਾਲਕ ਜੀ ਕਹਿੰਦੇ ਤੂੰ ਉਸ ਕਾਮੀ ਭਾਵ ਕਾਮ ਵਾਸ਼ਨਾ ਪੂਰੀ ਕਰਨ ਵਾਲਾ ਕਾਮੀ ਖੁਦ ਗਰਜ ਬੰਦੇ ਦੀ ਵੀ ਕਹਿੰਦੇ ਤੂੰ ਲਾਜ ਰੱਖੀ, ਭਾਵ ਉਸ ਨੂੰ ਵਿਕਾਰਾਂ ਦੇ ਵਿੱਚ ਡਿੱਗਣ ਤੋਂ ਬਚਾਇਆ। ਤੂੰ ਖੁਦ ਗਰਜ ਬੰਦੇ ਦੀ ਵੀ ਲਾਜ ਰੱਖ ਲਈ। ਹੁਣ ਜਿਹੜੇ ਸੰਸਾਰ ਦੇ ਅੰਦਰ ਸਾਡਾ ਜੀਵਨ ਵੀ ਜੇਕਰ ਖੁਦ ਗਰਜੀ ਨਾਲ ਭਰਿਆ ਹੋਇਆ, ਲਾਲਚਾਂ ਨਾਲ ਭਰਿਆ ਹੋਇਆ, ਇਹੋ ਜਿਹੀਆਂ ਬਾਸ਼ਨਾਵਾਂ ਨਾਲ ਭਰਿਆ ਹੋਇਆ, ਮਾਲਕ ਜੀ ਫਿਰ ਤੂੰ ਸਾਡੀ ਲਾਜ ਕਿਉਂ ਨਹੀਂ ਰੱਖ ਸਕਦਾ। ਭਾਵ ਕਿ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਮਨੁੱਖਾਂ ਦਾ ਜੀਵਨ ਬਦਲ ਦਿੰਦੇ ਆ ਜਿਹੜੇ ਖੁਦ ਗਰਜ ਨੇ, ਜਿਹੜੇ ਬਾਸ਼ਨਾਵਾਂ ਨੂੰ ਪੂਰੀਆਂ ਕਰਨ ਵਾਲੇ, ਜਿਹੜੇ ਲਾਲਚਾਂ ਵਿੱਚ ਫਸੇ ਹੋਏ ਆ, ਜਿਹੜੇ ਇਹੋ ਜਿਹੇ ਮਾਲਕ ਜੀ ਕਹਿੰਦੇ ਭੇਖ ਧਾਰਨ ਕਰਦੇ ਨੇ, ਕਹਿੰਦੇ ਉਹਨਾਂ ਦਾ ਜੀਵਨ ਵੀ ਬਦਲ ਜਾਂਦੇ ਨੇ। ਪਰ ਜਦੋਂ ਉਹ ਆਪਣੇ ਮਨ ਵਿੱਚ ਪਛਤਾਵਾ ਕਰੇ, ਜਦੋਂ ਆਪਣੇ ਮਨ ਵਿੱਚ ਕੀਤੇ ਹੋਏ ਪਾਪਾਂ ਦਾ ਪਛਤਾਵਾ ਕਰਦਾ ਆ, ਤੇ ਫਿਰ ਮਨੁੱਖ ਦਾ ਜੀਵਨ ਜਿਹੜਾ ਬਦਲਦਾ ਆ। ਹੁਣ ਮਨੁੱਖ ਜੀਵਨ ਦੇ ਅੰਦਰ ਕ੍ਰਾਈਮ ਕਰਕੇ, ਪਾਪ ਕਰਕੇ, ਗਲਤ ਕੰਮ ਕਰਕੇ ਜੀਵਨ 'ਚ ਪਛਤਾਵਾ ਨਹੀਂ ਕਰਦਾ, ਹੰਕਾਰ ਕਰਦਾ ਆ, ਉਹਦਾ ਜੀਵਨ ਨਹੀਂ ਬਦਲ ਸਕਦਾ। ਉਸ ਪ੍ਰਭੂ ਦੀ ਸ਼ਰਨ ਵਿੱਚ ਆਉਣ ਕਰਕੇ ਜਿਨ੍ਹਾਂ ਨੇ ਜੀਵਨ ਅੰਦਰ ਇਹੋ ਜਿਹੇ ਖੁਦ ਗਰਜੀ ਵਾਲੇ, ਇਹੋ ਜਿਹੇ ਭੇਖਾਂ ਵਾਲੇ ਕੰਮ ਕੀਤੇ ਨੇ, ਪਖੰਡਾਂ ਵਾਲੇ ਕੰਮ ਕੀਤੇ ਨੇ, ਮਾਲਕ ਜੀ ਕਹਿੰਦੇ ਨੇ ਜੇਕਰ ਮਨ 'ਚ ਪਛਤਾਵਾ ਕਰਕੇ ਜੇ ਉਹ ਵੀ ਅਕਾਲ ਪੁਰਖ ਅੱਗੇ ਅਰਦਾਸ ਕਰਨ ਤੇ ਗੁਰੂ ਪਿਆਰ ਵਾਲੇ ਉਹਨਾਂ ਦਾ ਜੀਵਨ ਵੀ ਕਹਿੰਦੇ ਬਦਲ ਜਾਂਦਾ ਹੈ। ਉਹ ਆਪਣੇ ਜੀਵਨ ਨੂੰ ਇਹਨਾਂ ਲਾਲਸਾਵਾਂ ਤੋਂ, ਇਹਨਾਂ ਵਿਕਾਰਾਂ ਤੋਂ, ਇਹਨਾਂ ਬੁਰਾਈਆਂ ਤੋਂ ਬਚਾ ਲੈਂਦੇ ਨੇ। ਤੇ ਪਾਤਸ਼ਾਹ ਜੀ ਅੱਗੇ ਭਗਤ ਸਦਨਾ ਜੀ ਬਚਨ ਕਰਦੇ ਨੇ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੇ। ਚਾਤ੍ਰਿਕ ਦਾ ਅਰਥ ਹੈ ਪਪੀਹਾ, ਜਿਹਨੂੰ ਅਸੀਂ ਬੰਬੀਹਾ ਵੀ ਕਹਿ ਸਕਦੇ ਹਾਂ, ਪਪੀਹਾ ਵੀ ਕਿਹਾ। ਗੁਰੂ ਗ੍ਰੰਥ ਸਾਹਿਬ ਜੀ ਬਾਣੀ ਅੰਦਰ ਚਾਤ੍ਰਿਕ ਵੀ ਆਖਿਆ, ਬੰਬੀਹਾ ਵੀ। ਜਿਵੇਂ ਅਸੀਂ ਇੱਕ ਗੁਰਬਾਣੀ ਦਾ ਸ਼ਬਦ ਪੜ੍ਹਦੇ ਹਾਂ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਕਹਿੰਦੇ ਜਿਹੜਾ ਬਬੀਹਾ ਆ, ਜਿਹੜਾ ਪਪੀਹਾ ਹੈ, ਉਹ ਜਲ ਦੀ ਇੱਕ ਬੂੰਦ ਵਾਸਤੇ ਕਹਿੰਦੇ ਦੁਖੀ ਹੁੰਦਾ ਆ। ਉਹ ਬੂੰਦ ਕੀ ਆ? ਉਸ ਬੂੰਦ ਦਾ ਨਾਂ ਕਹਿੰਦੇ ਆ ਸਵਾਂਤੀ ਬੂੰਦ। ਕਹਿੰਦੇ ਹੁਣ ਉਹ ਜਲ ਦੀ ਇੱਕ ਬੂੰਦ ਵਾਸਤੇ ਦੁਖੀ ਹੁੰਦਾ, ਉਹਦੇ ਵਾਸਤੇ ਲਾਗੇ ਭਾਵੇਂ ਜਿੰਨਾ ਮਰਜ਼ੀ ਪਾਣੀ ਹੋਵੇ, ਜਿੰਨਾ ਮਰਜ਼ੀ ਮੀਂਹ ਪੈ ਰਿਹਾ ਹੋਵੇ, ਪਰ ਉਹਨੂੰ ਸਵਾਂਤੀ ਬੂੰਦ ਜਿੰਨਾ ਚਿਰ ਉਹਦੇ ਮੂੰਹ 'ਚ ਨਹੀਂ ਪੈਂਦੀ, ਕਹਿੰਦੇ ਉਹ ਉਨਾ ਚਿਰ ਤ੍ਰਿਪਤ ਨਹੀਂ ਹੁੰਦਾ, ਉਨਾ ਚਿਰ ਉਹਨੂੰ ਸੁੱਖ ਨਹੀਂ ਮਿਲਦਾ। ਤੇ ਮਾਲਕ ਜੀ ਕਹਿੰਦੇ ਨੇ ਪ੍ਰਾਨ ਗੇ ਸਾਗਰ ਮਿਲੇ ਫੁਨ ਕਾਮ ਨਾ ਆਵੇ। ਕਹਿੰਦੇ ਜਿਹੜਾ ਉਹ ਬਬੀਹਾ ਆ, ਉਹ ਜਿਹੜਾ ਪਪੀਹਾ ਆ, ਕਹਿੰਦੇ ਇੱਕ ਬੂੰਦ ਦੀ ਖਾਤਰ ਉਹਦੀ ਕਹਿੰਦੇ ਜਿੰਦ ਚਲੀ ਜਾਵੇ, ਪ੍ਰਾਣ ਤਿਆਗ ਦਿੱਤੇ ਉਹਨੇ ਇੱਕ ਬੂੰਦ ਦੀ ਖਾਤਰ, ਉਹਨੂੰ ਬੂੰਦ ਪ੍ਰਾਪਤ ਨਹੀਂ ਹੋਈ। ਤੇ ਮਾਲਕ ਜੀ ਕਹਿੰਦੇ ਫਿਰ ਭਾਵੇਂ ਉਹਨੂੰ ਪਾਣੀ ਦਾ ਸਮੁੰਦਰ ਵੀ ਮਿਲ ਜਾਵੇ, ਫਿਰ ਉਹਦੇ ਕਿਸੇ ਕੰਮ ਨਹੀਂ ਆ ਸਕਦਾ, ਕਿਉਂਕਿ ਉਹ ਤਾਂ ਪ੍ਰਾਣ ਤਿਆਗ ਗਿਆ। ਭਾਵ ਕਿ ਜੇਕਰ ਬੰਦਾ ਚੜ੍ਹਾਈ ਕਰ ਜਾਵੇ, ਦੁਨੀਆ ਤੋਂ ਚਲੇ ਜਾਵੇ, ਅਸੀਂ ਜਿੰਨੇ ਮਰਜ਼ੀ ਉਹਦੇ ਬਾਰੇ ਕੁਛ ਕਹਿ ਲਈਏ, ਜਿੰਨਾ ਮਰਜ਼ੀ ਕੁਛ ਕਰ ਲਈਏ, ਫਿਰ ਉਹਦਾ ਕੀ ਫਾਇਦਾ? ਉਹਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਨਾ। ਜਿੰਨਾ ਚਿਰ ਜਿਉਂਦਾ ਸੀ ਉਨਾ ਚਿਰ ਉਹਦੀ ਕਿਸੇ ਨੇ ਰਿਸਪੈਕਟ, ਕਦਰ ਨਹੀਂ ਕੀਤੀ, ਉਹਨੂੰ ਪੁੱਛਿਆ ਨਹੀਂ, ਉਹਦੇ ਦੁੱਖ ਸੁੱਖ ਵਿੱਚ ਹਮਦਰਦੀ ਨਹੀਂ ਬਣੇ। ਪਰ ਜਦੋਂ ਚੜ੍ਹਾਈ ਕਰ ਗਿਆ ਫਿਰ ਅਸੀਂ ਸਭ ਕੁਝ ਕਰਨ ਲਈ ਤਿਆਰ ਹੋ ਗਏ। ਇਸੇ ਤਰ੍ਹਾਂ ਭਗਤ ਸਦਨਾ ਜੀ ਇਹ ਗੱਲ ਕਹਿੰਦੇ ਨੇ ਕਿ ਭਾਈ ਮੈਂ ਇਹਨਾਂ ਲੋਕਾਂ ਦੀਆਂ ਵਿਚਾਰਾਂ ਨਾਲ ਸਹਿਮਤ ਨਹੀਂ ਹੈ ਕਿ ਜਿਹੜੇ ਲੋਕ ਕਹਿੰਦੇ ਆ ਕਿ ਭਾਈ ਜੇ ਮਨੁੱਖ ਮਰ ਜਾਵੇ ਤੇ ਮਰਨ ਤੋਂ ਬਾਅਦ ਮੁਕਤੀ ਮਿਲਦੀ ਆ, ਕਿ ਬੰਦੇ ਨੂੰ ਮਰਨ ਤੋਂ ਬਾਅਦ ਬੰਦਾ ਰੱਬ ਨਾਲ ਮੇਲ ਪ੍ਰਾਪਤ ਕਰਦਾ ਆ, ਮਰਨ ਤੋਂ ਬਾਅਦ ਮਨੁੱਖ ਨੂੰ ਸਵਰਗ ਮਿਲਦਾ ਆ, ਮਰਨ ਤੋਂ ਬਾਅਦ ਮਨੁੱਖ ਨੂੰ ਆਨੰਦ ਮਿਲਦਾ ਆ। ਮਾਲਕ ਜੀ ਕਹਿੰਦੇ ਨੇ ਮੈਂ ਇਹੋ ਜਿਹੀਆਂ ਵਿਚਾਰਾਂ ਦੇ ਨਾਲ ਸਹਿਮਤ ਨਹੀਂ। ਜਿਹੜਾ ਬੰਦਾ ਪ੍ਰਾਣ ਤਿਆਗ ਗਿਆ, ਸੰਸਾਰ ਤੋਂ ਚਲਾ ਗਿਆ, ਉਹ ਬਾਅਦ ਵਿੱਚ ਭਾਵੇਂ ਜੋ ਕੁਝ ਵੀ ਮਿਲੇ ਉਹਨੂੰ ਕੋਈ ਫਾਇਦਾ ਨਹੀਂ ਹੈ। ਉਹਨੂੰ ਬਾਅਦ ਵਿੱਚ ਮਿਲੀ ਹੋਈ ਮੁਕਤੀ ਦਾ ਕੀ ਫਾਇਦਾ ਜੇਕਰ ਜਿਉਂਦੇ ਜੀ ਨਹੀਂ ਉਹ ਮੁਕਤ ਹੋਇਆ। ਹੁਣ ਅਸੀਂ ਆਖੀਏ ਕਿ ਭਾਈ ਇਹ ਜੇ ਚੜ੍ਹਾਈ ਕਰ ਗਿਆ, ਇਹ ਸੰਸਾਰ ਤੋਂ ਚਲਾ ਗਿਆ, ਇਹਨੂੰ ਸ਼ਾਂਤੀ ਮਿਲ ਜਾਵੇ, ਇਹਨੂੰ ਆਨੰਦ ਮਿਲੇ, ਤੇ ਗੁਰੂ ਪਿਆਰ ਵਾਲਿਓ ਜੇਕਰ ਉਹਨੂੰ ਜਿਉਂਦੇ ਜੀ ਸ਼ਾਂਤੀ ਨਹੀਂ ਮਿਲੀ ਤੇ ਬਾਅਦ ਵਿੱਚ ਮਰਨ ਤੋਂ ਸ਼ਾਂਤੀ ਦੇਣ ਦਾ, ਸੁੱਖ ਦੇਣ ਦਾ ਵੀ ਕੋਈ ਫਾਇਦਾ ਨਹੀਂ ਹੈ। ਸਤਿਗੁਰੂ ਦੀ ਬਾਣੀ ਦਾ ਬਚਨਾ ਕਹਿੰਦੇ ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ। ਕਹਿੰਦੇ ਮਰਨ ਤੋਂ ਬਾਅਦ ਕਿਸੇ ਨੇ ਵੀ ਮੁਕਤੀ ਨਹੀਂ ਪ੍ਰਾਪਤ ਕੀਤੀ। ਜਿਵੇਂ ਸਾਡੇ ਵਰਗੇ ਲੋਕ ਕੀ ਕਰਦੇ ਆ ਕਿ ਜਿਉਂਦੇ ਨੂੰ ਪ੍ਰਸ਼ਾਦਾ ਪਾਣੀ ਨਹੀਂ ਦਿੰਦੇ, ਜਦੋਂ ਚੜ੍ਹਾਈ ਕਰ ਜਾਂਦੇ ਫਿਰ ਸ਼ਰਾਧ ਕੀਤੇ ਜਾਂਦੇ ਆ, ਫਿਰ ਲੰਗਰ ਲਾਏ ਜਾਂਦੇ ਉਹਨਾਂ ਦੇ ਨਾਂ ਤੇ। ਸ਼ਰਾਧ ਕਿਉਂ ਕੀਤੇ ਜਾਂਦੇ ਆ? ਉਹਨਾਂ ਦੇ ਮਨ ਵਿੱਚ ਇਹ ਭਰਮ ਆ, ਸ਼ਰਾਧ ਇਸ ਕਰਕੇ ਕੀਤੇ ਜਾਂਦੇ ਕਿ ਭਾਈ ਜਿਹੜਾ ਪ੍ਰਸ਼ਾਦਾ ਅਸੀਂ ਇਹਨਾਂ ਨੂੰ
ਭਾਵ ਕਿ ਜਿਹੜੇ ਬ੍ਰਾਹਮਣ ਲੋਕ ਸੀ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਸੀਗਾ। ਤੇ ਜੇਕਰ ਅਸੀਂ ਨਾ ਬ੍ਰਾਹਮਣਾਂ ਨੂੰ ਪ੍ਰਸ਼ਾਦਾ ਛਕਾਵਾਂਗੇ, ਇਹ ਪ੍ਰਸ਼ਾਦਾ ਸਾਡੇ ਜਿਹੜੇ ਦਾਦੇ ਪੜਦਾਦੇ ਮਰ ਚੁੱਕੇ ਵੱਡੇ ਵਡੇਰੇ ਉਹਨਾਂ ਤੱਕ ਪਹੁੰਚ ਜਾਵੇਗਾ। ਇਹ ਇਸ ਭੁਲੇਖੇ ਨੂੰ ਲੈ ਕੇ, ਭਰਮ ਨੂੰ ਲੈ ਕੇ ਅਸੀਂ ਜਿਹੜਾ ਇਹ ਕੰਮ ਕਰਦੇ ਹਾਂ ਸੰਸਾਰ ਦੇ ਅੰਦਰ। ਤੇ ਗੁਰੂ ਪਿਆਰ ਵੱਲੋਂ ਜਿੱਥੇ ਹਿੰਦੂ ਮਤ ਦੇ ਅੰਦਰ ਇਹ ਸ਼ਰਾਧਾਂ ਵਾਲੇ ਕਰਮ ਕੀਤੇ ਜਾਂਦੇ ਆ, ਉਹਨਾਂ ਦੇ ਮਤਾਂ ਵਿੱਚ, ਉਹਨਾਂ ਦੇ ਗ੍ਰੰਥਾਂ ਵਿੱਚ ਕੁਝ ਲਿਖਿਆ ਹੋਇਆ, ਪਰ ਅਸੀਂ ਸਿੱਖ ਹੋਣ ਕਰਕੇ ਵੀ ਅਸੀਂ ਇਹ ਸ਼ਰਾਧਾਂ ਵਾਲੇ ਕੰਮ ਕਰਦੇ ਹਾਂ। ਸਤਿਗੁਰੂ ਦੀ ਬਾਣੀ ਤਾਂ ਸਾਨੂੰ ਇਹਨਾਂ ਵਿਚਾਰਾਂ ਤੋਂ ਰੋਕਦੀ ਹੈ ਕਿ ਭਾਈ ਜੀਵਤ ਪਿੱਤਰ ਨਾ ਮਾਨੇ ਕਉ ਮੂਏ ਸ਼ਰਾਧ ਕਰਾਈ, ਕਿ ਭਾਈ ਤੂੰ ਜਿਉਂਦੇ ਮਾਪਿਆਂ ਦੀ ਸੇਵਾ ਨਹੀਂ ਕਰਦਾ, ਜਿਉਂਦੇ ਇਨਸਾਨ ਦੀ ਸੇਵਾ ਨਹੀਂ ਕਰਦਾ, ਮਰਿਆਂ ਦੇ ਸ਼ਰਾਧ ਕਰੀ ਜਾ ਰਿਹਾ ਆ। ਸਤਿਗੁਰੂ ਜੀ ਨੇ ਸਾਨੂੰ ਜਿਉਂਦੇ ਮਨੁੱਖ ਦੀ ਕਦਰ ਕਰਨ ਵਾਸਤੇ ਆਖਿਆ ਕਿ ਭਾਈ ਜਿਹੜਾ ਇਨਸਾਨ ਜਿਉਂਦਾ ਹੈ, ਜਿਹਦੇ ਵਿੱਚ ਸਵਾਸ ਚੱਲਦੇ ਆ, ਤੂੰ ਉਹਦੀ ਸੇਵਾ ਕਰ ਲਾ, ਉਹਨੂੰ ਦਵਾਈ ਬੂਟੀ ਦੇ ਦੇ, ਉਹਨੂੰ ਕੱਪੜੇ ਦੇ ਦੇ, ਉਹਨੂੰ ਲੰਗਰ ਦੇ ਦੇ, ਉਹਨੂੰ ਪ੍ਰਸ਼ਾਦਾ ਦੇ ਦੇ ਛਕਣ ਵਾਸਤੇ, ਉਹਦੇ ਹੱਥ ਵਿੱਚ ਪਾਣੀ ਦਾ ਗਲਾਸ ਫੜਾ ਦੇ। ਜਦੋਂ ਸੰਸਾਰ ਤੋਂ ਚਲਾ ਗਿਆ, ਤੂੰ ਭਾਵੇਂ ਲੰਗਰ ਲਾ, ਭਾਵੇਂ ਕੁਝ ਵੀ ਕਰ, ਉਹਦਾ ਜੀਵਨ 'ਚ ਕੋਈ ਫਾਇਦਾ ਨਹੀਂ ਹੋਵੇਗਾ ਉਹਨੂੰ। ਮਾਲਿਕ ਜੀ ਬਚਨ ਕਰਦੇ ਨੇ, ਕਹਿੰਦੇ ਜਿਉਂ ਮਿਰਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਵਨ ਫਲ ਪਾਵੇ। ਕਹਿੰਦੇ ਜਿਹੜਾ ਮਨੁੱਖ ਮਰਿਆ ਹੋਇਆ ਨਾ, ਉਹਨੂੰ ਤੁਸੀਂ ਚੰਦਨ ਦਾ ਲੇਪ ਕਰ ਦੇਵੋ। ਹੁਣ ਮਰੇ ਹੋਏ ਮਨੁੱਖ ਤੇ, ਡੈਡ ਬੋਡੀ ਤੇ ਤੁਸੀਂ ਚੰਦਨ ਦਾ ਲੇਪ ਕਰ ਲਓ, ਭਾਵੇਂ ਪਰਫਿਊਮ ਸੈਂਟ ਵਗੈਰਾ ਕੁਛ ਵੀ ਛਿੜਕਾ ਲਓ, ਉਹਨੂੰ ਉਹਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਉਹ ਸੰਸਾਰ ਤੋਂ ਚਲਾ ਗਿਆ, ਉਹਦੇ ਸਰੀਰ 'ਚ ਸਵਾਸ ਨਹੀਂ ਹੈਗੇ, ਉਹ ਡੈਡ ਹੋ ਚੁੱਕਾ ਆ। ਜੋ ਜਿਉਂਦਾ ਸੀ ਨਾ, ਹੁਣ ਮਨੁੱਖ ਜਦੋਂ ਜਿਉਂਦਾ ਹੁੰਦਾ ਨਾ, ਜਦੋਂ ਸਵਾਸ ਚੱਲਦੇ ਆ, ਮਨੁੱਖ ਚੰਦਨ ਚਾਹੇ ਹੋਰ ਕਈ ਤਰ੍ਹਾਂ ਉਹਨੂੰ ਕੋਈ ਫਾਇਦਾ ਨਹੀਂ ਪਾਣੀ ਦਾ। ਤੇ ਮਾਲਿਕ ਜੀ ਕਹਿੰਦੇ ਨੇ, ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵ। ਮਾਲਿਕ ਜੀ ਤੇਰੀ ਮਿਹਰ ਦੀ ਉਡੀਕ ਕਰ ਕਰਕੇ ਮੇਰੀ ਜਿੰਦ ਥੱਕ ਗਈ, ਵਿਕਾਰਾਂ ਵਿੱਚ ਡੋਲ ਰਹੀ ਆ ਜੀਵਨ। ਕਹਿੰਦੇ ਇਹਨੂੰ ਵਿਕਾਰਾਂ ਵੱਲੋਂ ਕਿਸ ਤਰ੍ਹਾਂ ਰੋਕਾਂ। ਬੂਟ ਮੋਏ ਨੌਕਾ ਮਿਲੇ ਕਹੋ ਕਾਹੇ ਚੜਾਵੋ। ਗੁਰੂ ਪਿਆਰ ਵੱਲ ਕਹਿੰਦੇ ਜੇਕਰ ਹੁਣ ਮਨੁੱਖ ਦਾ ਜੀਵਨ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਗਿਆ ਤੇ ਫਿਰ ਬਾਅਦ ਵਿੱਚ ਬੇੜੀ ਮਿਲ ਜਾਵੇ। ਮੰਨ ਲਓ ਇੱਕ ਮਨੁੱਖ ਜਿਹੜਾ ਸਮੁੰਦਰ 'ਚ ਡੁੱਬ ਰਿਹਾ, ਉਹ ਕਹਿ ਰਿਹਾ ਕਿ ਭਾਈ ਮੈਨੂੰ ਬੇੜੀ ਲਿਆਵੋ, ਮੈਨੂੰ ਬੇੜੀ 'ਚ ਪਾ ਕੇ ਲੈ ਜਾਓ, ਮੈਨੂੰ ਜਹਾਜ਼ ਦੇ ਵਿੱਚ ਲੈ ਜਾਓ। ਹੁਣ ਉੱਥੇ ਪੁਕਾਰ ਕਰ ਰਿਹਾ ਕਿ ਭਾਈ ਮੈਨੂੰ ਬਚਾਓ। ਤੇ ਗੁਰੂ ਪਿਆਰ ਵਾਲਿਓ, ਜੇਕਰ ਉਹ ਮਨੁੱਖ ਉਸ ਵੇਲੇ ਨਹੀਂ ਬਚਾਇਆ ਜਾਂਦਾ, ਉਹ ਡੁੱਬ ਜਾਂਦਾ, ਮਰ ਜਾਂਦਾ, ਬਾਅਦ ਵਿੱਚ ਅਸੀਂ ਭਾਵੇਂ ਬੇੜੀ ਲੈ ਜਾਈਏ, ਜਹਾਜ਼ ਲੈ ਜਾਈਏ, ਉਹਦਾ ਕੀ ਫਾਇਦਾ ਹੋਇਆ। ਜ਼ਰੂਰਤ ਜਦੋਂ ਸੀ ਉਦੋਂ ਅਸੀਂ ਲੈ ਕੇ ਨਹੀਂ ਗਏ, ਪਰ ਜਦੋਂ ਉਹਦੀ ਜ਼ਰੂਰਤ ਨਹੀਂ ਰਹੀ, ਉਹ ਚਲਾ ਗਿਆ ਇਸੇ ਜ਼ਰੂਰਤ ਪੱਖੋਂ,
ਤੇ ਗੁਰੂ ਪਿਆਰ ਵਾਲਿਓ ਫਿਰ ਭਾਵੇਂ ਜਿੰਨੀਆਂ ਮਰਜ਼ੀ ਅਸੀਂ ਜ਼ਰੂਰਤਾਂ ਪੂਰੀਆਂ ਕਰ ਲਈਏ ਉਹ ਨਹੀਂ ਕੁਛ ਨਹੀਂ ਫਾਇਦਾ ਹੁੰਦਾ ਉਹਦਾ ਜੀਵਨ 'ਚ। ਇਸੇ ਤਰ੍ਹਾਂ ਮਾਲਕ ਜੀ ਕਹਿੰਦੇ ਜਦੋਂ ਉਹਨੂੰ ਲੋੜ ਸੀ ਬੇੜੀ ਦੀ ਉਦੋਂ ਉਹਨੂੰ ਬੇੜੀ ਨਹੀਂ ਮਿਲੀ, ਉਹ ਕਿਸ਼ਤੀ ਨਹੀਂ ਮਿਲੀ, ਪਰ ਜਦੋਂ ਉਹ ਚੜ੍ਹਾਈ ਕਰ ਗਿਆ ਉਹ ਮਰ ਗਿਆ, ਸਮੁੰਦਰ 'ਚ ਡੁੱਬ ਗਿਆ। ਫਿਰ ਅਸੀਂ ਭਾਵੇਂ ਬੇੜੀ ਲੈ ਜਾਈਏ, ਕਿਸ਼ਤੀ ਲੈ, ਕੁਛ ਵੀ ਲੈ ਜਾਈਏ, ਉਹਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਹੀ ਮਾਲਕ ਜੀ ਕਹਿੰਦੇ ਜਿੰਨਾ ਜਦੋਂ ਇਹ ਮਨੁੱਖਾ ਜਨਮ ਮਿਲਿਆ ਤੈਨੂੰ ਕੰਮ ਕਰਨ ਵਾਸਤੇ, ਸੰਸਾਰ 'ਚ ਚੰਗੇ ਕੰਮ ਕਰਨ ਵਾਸਤੇ, ਗੁਰੂ ਦੀ ਬਾਣੀ ਪੜ੍ਹਨ ਵਾਸਤੇ, ਭਲਾ ਕਰਨ ਵਾਸਤੇ, ਉਦੋਂ ਤੋਂ ਕੀਤਾ ਨਹੀਂ। ਹੁਣ ਜਦੋਂ ਚੜ੍ਹਾਈ ਕਰ ਗਿਆ ਤੂੰ ਕਹਿੰਦਾ ਕਿ ਮੈਂ ਚੰਗੇ ਕੰਮ ਕਰਕੇ ਜੀਵਨ ਨੂੰ ਮੁਕਤ ਕਰ ਲਵਾਂ। ਪਾਤਸ਼ਾਹ ਜੀ ਦਾ ਕਹਿਣ ਦਾ ਅਰਥ ਕੀ ਆ ਕਿ ਭਾਈ ਜਿੰਨਾ ਚਿਰ ਸਵਾਸ ਆ ਉਨਾ ਚਿਰ ਤੂੰ ਸੰਸਾਰ 'ਚ ਕੰਮ ਕਰ ਸਕਦਾ ਆ, ਤੂੰ ਆਪਣੇ ਜੀਵਨ ਨੂੰ ਮੁਕਤ ਕਰ ਸਕਦਾ। ਮਰਨ ਤੋਂ ਬਾਅਦ ਸਾਨੂੰ ਕੋਈ ਵੀ ਮੁਕਤੀ ਨਹੀਂ ਮਿਲ ਸਕਦੀ। ਸਰੀਰ ਤੋਂ ਮੁਕਤੀ ਮਿਲ ਗਈ ਪਰ ਸਾਡਾ ਜਿਹੜਾ ਵਿਕਾਰਾਂ ਵਾਲਾ, ਮਾੜੇ ਕੰਮਾਂ ਵਾਲਾ ਜੀਵਨ ਆ ਉਹ ਤੋਂ ਮੁਕਤੀ ਤਾਂ ਸਾਨੂੰ ਜਿਉਂਦੇ ਜੀ ਪ੍ਰਾਪਤ ਕਰਨੀ ਪੈਣੀ ਆ। ਜਿਉਂਦੇ ਜੀ ਚੰਗੇ ਕੰਮ ਕਰਾਂਗੇ, ਸਾਡਾ ਜੀਵਨ ਜਿਹੜਾ ਦਾਗੀ ਹੋਇਆ ਪਿਆ ਨਾ ਪਾਪ ਕਰਕੇ, ਮਾੜੇ ਕੰਮ ਕਰਕੇ, ਉਹ ਉਦੋਂ ਹੀ ਸਵਰਨਾ ਜਦੋਂ ਅਸੀਂ ਜਿਉਂਦੇ ਜੀ ਇਸ ਜੀਵਨ ਦੇ ਵਿੱਚ ਰਹਿ ਕੇ, ਇਸ ਜਨਮ ਵਿੱਚ ਰਹਿ ਕੇ ਚੰਗੇ ਕੰਮ ਕਰਾਂਗੇ। ਤੇ ਮਾਲਕ ਜੀ ਕਹਿੰਦੇ ਬੂਟ ਮੋਏ ਨੌਕਾ ਮਿਲੇ। ਕਹਿੰਦੇ ਜਦੋਂ ਉਹ ਡੁੱਬ ਗਿਆ ਫਿਰ ਨੌਕਾ ਦਾ ਅਰਥ ਕੀ ਆ, ਬੇੜੀ ਮਿਲ ਜਾਵੇ, ਕੋ ਕਾਹੇ ਚੜਾਵੋ। ਕਹਿੰਦੇ ਫਿਰ ਉਸ ਬੇੜੀ ਵਿੱਚ ਮੈਂ ਕਿਹਨੂੰ ਚੜਾਵਾਂਗਾ, ਜਿਹਨੂੰ ਚੜਾਉਣਾ ਸੀ ਉਹ ਤਾਂ ਡੁੱਬ ਗਿਆ। ਇਸੇ ਤਰ੍ਹਾਂ ਹੀ ਗੁਰੂ ਪਿਆਰ ਵਾਲਿਓ ਮੁਕਤੀ ਜਿਹੜੀ ਨਾ ਜੀਵਨ ਸਫਲਾ, ਜੀਵਨ ਕੀਮਤੀ, ਜਿਉਂਦੇ ਜੀ ਬਣਾਉਣਾ ਆ ਤੇ ਮਰਨ ਤੋਂ ਬਾਅਦ ਕੁਝ ਵੀ ਨਹੀਂ ਪ੍ਰਾਪਤ ਹੋਣਾ। ਤੇ ਇਸੇ ਤਰ੍ਹਾਂ ਭਗਤ ਸਧਨਾ ਜੀ ਇਹ ਕਹਿੰਦੇ ਨੇ ਕਿ ਭਾਈ ਮੈਂ ਇਹਨਾਂ ਲੋਕਾਂ ਦੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਹਾਂ ਜਿਹੜੇ ਕਹਿੰਦੇ ਆ ਕਿ ਭਾਈ ਮਰਨ ਤੋਂ ਬਾਅਦ ਤੁਹਾਨੂੰ ਮੁਕਤੀ ਮਿਲੇਗੀ, ਮਰਨ ਤੋਂ ਬਾਅਦ ਤੁਸੀਂ ਸਵਰਗ ਵਿੱਚ ਜਾਵੋਗੇ। ਭਗਤ ਸਧਨਾ ਜੀ ਕਹਿੰਦੇ ਨੇ ਕਿ ਭਾਈ ਜਿਉਂਦੇ ਜੀ ਜੀਵਨ ਸਵਰਗ ਵਰਗਾ ਬਣਾਵੋ, ਜਿਉਂਦੇ ਜੀ ਚੰਗੇ ਕੰਮ ਕਰੋ, ਤੁਹਾਡਾ ਜੀਵਨ ਸਵਰਗ ਵਾਲਾ ਬਣੇਗਾ। ਜਿਉਂਦੇ ਜੀ ਮੁਕਤੀ ਪ੍ਰਾਪਤ ਕਰੋ ਮਾੜੇ ਕੰਮਾਂ ਤੋਂ। ਮੈਂ ਨਾਹੀ ਕਛ ਹੋ ਨਹੀਂ, हे ਮਾਲਕ ਵਾਹਿਗੁਰੂ ਜੀ ਮੇਰੀ ਕੋਈ ਪਾਇਆ ਨਹੀਂ ਹੈ। ਕਿਛ ਆਹੇ ਨਾ ਮੋਰਾ, ਕਹਿੰਦੀ ਮੇਰਾ ਹੋਰ ਕੋਈ ਆਸਰਾ ਵੀ ਨਹੀਂ ਹੈ। ਅਵਸਰ ਲੱਜਾ ਰਾਖ ਲਿਹੋ, ਮਾਲਕ ਜੀ ਇਸ ਮਨੁੱਖਾ ਜਨਮ ਵਿੱਚ ਹੀ ਮੇਰੀ ਲਾਜ ਰੱਖ ਲਵੋ। ਮੇਰੀ ਲਾਜ ਰੱਖਣ ਦਾ ਸਮਾਂ ਆ, ਇਸ ਮਨੁੱਖਾ ਜਨਮ ਵਿੱਚ ਰਹਿ ਕੇ ਹੀ ਮੈਂ ਆਪਣੇ ਜੀਵਨ ਨੂੰ ਸਫਲਾ ਕਰ ਸਕਦਾ ਆ। ਕਹਿੰਦੇ ਸਦਨਾ ਜਨ ਤੋਰਾ, ਮਾਲਕ ਜੀ ਮੇਰੀ ਲਾਜ ਰੱਖ ਲਵੋ ਤੇ ਮੇਰਾ ਜੀਵਨ ਜਿਹੜਾ ਨਾ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਵੋ। ਜੇਕਰ ਮੇਰਾ ਜੀਵਨ ਵਿਕਾਰਾਂ ਦੇ ਸਮੁੰਦਰ 'ਚ ਡੁੱਬ ਗਿਆ ਫਿਰ ਮਾਲਕ ਜੀ ਮੇਰੇ ਜੀਵਨ ਨੂੰ ਬਚਾਉਣ ਦਾ ਕੋਈ ਫਾਇਦਾ ਨਹੀਂ। ਇਹ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਉਹ ਅਲਾਂਭਾ ਨਹੀਂ ਦੇ ਰਹੇ, ਇੱਕ ਅਰਜ਼ੋਈ ਕਰ ਰਹੇ ਨੇ ਕਿ ਗੁਰੂ ਪਿਆਰ ਵਾਲਿਓ ਜੇਕਰ ਸਾਡਾ ਜੀਵਨ ਮਾੜੇ ਕੰਮਾਂ 'ਚ ਪੈ ਗਿਆ, ਜੇਕਰ ਸਾਡਾ ਜੀਵਨ ਸੰਸਾਰ ਤੋਂ ਚਲਾ ਗਿਆ, ਅਸੀਂ ਚੜ੍ਹਾਈ ਕਰਕੇ ਸਾਡਾ ਜੀਵਨ ਖਤਮ ਹੋ ਗਿਆ, ਫਿਰ ਮਰਨ ਤੋਂ ਬਾਅਦ ਜਿੰਨੀਆਂ ਮਰਜ਼ੀ ਮੁਕਤੀਆਂ ਪ੍ਰਾਪਤ ਕਰ ਲਈ ਉਹਦਾ ਜੀਵਨ 'ਚ ਕੋਈ ਫਾਇਦਾ ਨਹੀਂ। ਜਿਉਂਦੇ ਜੀ ਆਪਣੇ ਜੀਵਨ ਨੂੰ ਸਫਲਾ ਕਰੀਏ, ਜਿਉਂਦੇ ਜੀ ਆਪਣੇ ਜਿਹੜੇ ਸੰਸਕਾਰ, ਚੰਗੇ ਸੰਸਕਾਰ ਲਿਖੀਏ, ਮਨ ਵਿੱਚ ਚੰਗੇ ਸੰਸਕਾਰ ਪੈਦਾ ਕਰੀਏ, ਚੰਗੇ ਕਰਮ ਕਰੀਏ, ਫਿਰ ਸਾਡੇ ਜੀਵਨ ਦਾ ਇਸ ਸੰਸਾਰ ਵਿੱਚ ਰਹਿਣ ਦਾ ਫਾਇਦਾ ਆ। ਸਾਡਾ ਜੀਵਨ ਸਫਲਾ ਹੋਵੇਗਾ ਤੇ ਸਾਡਾ ਜੀਵਨ ਮੁਕਤ ਹੋ ਜਾਵੇਗਾ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ ਕਿ ਗੁਰੂ ਦੀ ਮੱਤ ਨਾਲ